हाँ जी प्यारे विद्यार्थियों, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਜੇ ਤੁਸੀਂ ਕੋਈ ਵੀ ਨਰਸਿੰਗ ਕੋਰਸ ANM GNM ਜਾਂ BSc ਕਰ ਰਹੇ ਹੋ ਜਾਂ ਇਸ ਤੋਂ ਇਲਾਵਾ ਫਾਰਮਾਸਿਸਟ, ਲੈਬੋਰੇਟਰੀ ਟੈਕਨੀਸ਼ੀਅਨ, ਵਾਰਡ ਅਟੈਂਡੈਂਟ ਜਾਂ ਲੈਬ ਅਟੈਂਡੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਸੋ ਬਿਨਾਂ ਸਕਿਪ ਕੀਤੇ ਹੋਏ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਨਾ ਅਤੇ ਸਮਝਣਾ ਹੈ। ਵੀਡੀਓ ਦਾ ਟੌਪਿਕ ਹੈ ਯੂਰਿਨ ਸੈਂਪਲ ਕਲੈਕਸ਼ਨ ਐਂਡ ਟਰਾਂਸਪੋਰਟ, ਕਿ ਪਿਸ਼ਾਬ ਦਾ ਸੈਂਪਲ ਮਰੀਜ਼ ਤੋਂ ਕਿਵੇਂ ਲਿਆ ਜਾਂਦਾ ਹੈ ਤੇ ਕਿਵੇਂ ਉਸ ਦਾ ਟਰਾਂਸਪੋਰਟ ਕੀਤਾ ਜਾਂਦਾ ਹੈ। ਸੋ ਸ਼ੁਰੂ ਕਰਦੇ ਹਾਂ ਵੀਡੀਓ। ਸਭ ਤੋਂ ਪਹਿਲਾਂ ਕੀ ਹੈ ਕਲੈਕਸ਼ਨ ਐਂਡ ਟਰਾਂਸਪੋਰਟ ਆਫ ਯੂਰਿਨ ਸੈਂਪਲ। specimen submitted for microbiological testing require proper handling from the time of collection through all stages of transport, storage and processing। ਇਸ ਦਾ ਕੀ ਭਾਵ ਹੈ ਕਿ ਜਿਹੜਾ ਯੂਰਿਨ ਦਾ ਸੈਂਪਲ ਲੈਤਾ ਜਾਂਦਾ ਹੈ ਉਸ ਨੂੰ ਮਾਈਕਰੋਬਾਇਓਲੋਜੀ ਲੈਬੋਰੇਟਰੀ ਦੇ ਵਿੱਚ ਟੈਸਟ ਕੀਤਾ ਜਾਂਦਾ ਹੈ। ਸੋ ਮਰੀਜ਼ ਤੋਂ ਸਪੈਸੀਮਨ ਲੈਣਾ ਮਤਲਬ ਮਰੀਜ਼ ਤੋਂ ਸੈਂਪਲ ਨੂੰ ਕਲੈਕਟ ਕਰਨਾ, ਫਿਰ ਉਸ ਸੈਂਪਲ ਨੂੰ ਸਟੋਰ ਕਰਨਾ, ਫਿਰ ਉਸ ਸੈਂਪਲ ਨੂੰ ਪ੍ਰੋਸੈਸ ਕਰਨਾ, ਇਹਨਾਂ ਸਾਰੀਆਂ ਪ੍ਰਕਿਰਿਆਵਾਂ ਦੇ ਦੌਰਾਨ ਬਹੁਤ ਇੰਪੋਰਟੈਂਟ ਸਟੈਪ ਹੁੰਦਾ ਹੈ ਕਿ ਤੁਸੀਂ ਸੈਂਪਲ ਨੂੰ ਹੈਂਡਲ ਕਿਵੇਂ ਕਰਦੇ ਹੋ ਤਾਂ ਕਿ ਹੈਂਡਲਿੰਗ ਦੇ ਦੌਰਾਨ ਹੀ ਕੋਈ ਕੰਟੈਮੀਨੇਸ਼ਨ ਸੈਂਪਲ ਦੀ ਨਾ ਹੋ ਜਾਵੇ। ਸੋ ਸੈਂਪਲ ਨੂੰ ਕਲੈਕਟ ਕਰਨ ਦੇ, ਹੈਂਡਲ ਕਰਨ ਦੇ ਅਤੇ ਟਰਾਂਸਪੋਰਟ ਕਰਨ ਦੇ ਬਹੁਤ ਸਾਰੇ ਰੂਲਸ ਨਿਯਮ ਹੁੰਦੇ ਹਨ ਜਿਨ੍ਹਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਉਹਨਾਂ ਰੂਲਸ ਅਤੇ ਨਿਯਮਾਂ ਨੂੰ ਤੁਸੀਂ ਹੁਣ ਇਸ ਵੀਡੀਓ ਵਿੱਚ ਸਮਝਣ ਜਾ ਰਹੇ ਹੋ। ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਬਹੁਤ ਸਾਰੇ MCQ ਐਗਜ਼ਾਮ ਦੇ ਵਿੱਚ ਸੈਂਪਲ ਕਲੈਕਸ਼ਨ ਨਾਲ ਸੰਬੰਧਿਤ ਆਉਂਦੇ ਹਨ। ਸੋ ਇਹ ਰੂਲ ਕਿਹੜੇ ਹਨ ਤਾਂ ਧਿਆਨ ਦਿਓ। ਪਹਿਲਾ ਪੁਆਇੰਟ ਹੈ ਅਪਲਾਈ ਸਟ੍ਰਿਕਟ ਏਸੈਪਟਿਕ ਟੈਕਨੀਕ ਥਰੂ ਆਊਟ ਦਾ ਪ੍ਰੋਸੀਜਰ। ਜਦੋਂ ਤੁਸੀਂ ਸੈਂਪਲ ਲੈ ਰਹੇ ਹੋ, ਸੈਂਪਲ ਟਰਾਂਸਪੋਰਟ ਕਰ ਰਹੇ ਹੋ, ਸੈਂਪਲ ਦੀ ਪ੍ਰੋਸੈਸਿੰਗ ਕਰ ਰਹੇ ਹੋ, ਉਦੋਂ ਏਸੈਪਟਿਕ ਕੰਡੀਸ਼ਨ ਰੱਖਣੀਆਂ ਨੇ। ਏਸੈਪਟਿਕ ਕੰਡੀਸ਼ਨ ਤੋਂ ਭਾਵ ਹੁੰਦਾ ਹੈ ਕਿ ਤੁਹਾਡਾ ਕੋਈ ਵੀ ਇੰਸਟਰੂਮੈਂਟ, ਤੁਹਾਡੇ ਆਪਣੇ ਹੱਥ ਕਿਸੇ ਵੀ ਤਰ੍ਹਾਂ ਦੇ ਸੰਕਰਮਣ ਤੋਂ ਪੀੜਤ ਨਹੀਂ ਹੋਣੇ ਚਾਹੀਦੇ। ਮਤਲਬ ਹਰ ਚੀਜ਼ ਇਨਫੈਕਸ਼ਨ ਤੋਂ ਮੁਕਤ ਹੋਣੀ ਚਾਹੀਦੀ ਹੈ, ਫ੍ਰੀ ਹੋਣੀ ਚਾਹੀਦੀ ਹੈ। ਉਸ ਕੰਡੀਸ਼ਨ ਨੂੰ ਕਿਹਾ ਜਾਂਦਾ ਹੈ ਏਸੈਪਟਿਕ ਕੰਡੀਸ਼ਨ। ਨੈਕਸਟ ਪੁਆਇੰਟ ਆਪਣਾ ਹੈ ਵਾਸ਼ ਦਾ ਹੈਂਡਸ ਬਿਫੋਰ ਐਂਡ ਆਫਟਰ ਕਲੈਕਸ਼ਨ। ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਤੁਹਾਡੇ ਹੱਥਾਂ ਦੇ ਉੱਪਰ ਵੀ ਜਰਮਸ ਹੋ ਸਕਦੇ ਹੁੰਦੇ ਨੇ। ਸੋ ਸੈਂਪਲ ਕਲੈਕਸ਼ਨ ਤੋਂ ਪਹਿਲਾਂ ਅਤੇ ਸੈਂਪਲ ਕਲੈਕਸ਼ਨ ਤੋਂ ਬਾਅਦ ਹੱਥ ਵਾਸ਼ ਕਰਨਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਠੀਕ ਹੈ, ਇਹ ਪ੍ਰੋਟੋਕੋਲ ਦਾ ਪਾਰਟ ਹੁੰਦਾ ਹੈ। ਸੋ ਨੈਕਸਟ ਹੈ ਕਲੈਕਟ ਦਾ ਸਪੈਸੀਮਨ ਬਿਫੋਰ ਦਾ ਐਡਮਿਨਿਸਟ੍ਰੇਸ਼ਨ ਆਫ ਐਂਟੀ ਮਾਈਕਰੋਬੀਅਲ ਏਜੰਟ। ਜੇ ਕੋਈ ਐਂਟੀ ਮਾਈਕਰੋਬੀਅਲ ਡਰੱਗ ਕਿਸੇ ਪੇਸ਼ੈਂਟ ਨੂੰ ਦੇਣੀ ਹੁੰਦੀ ਹੈ ਤਾਂ ਸੈਂਪਲ ਉਸ ਤੋਂ ਪਹਿਲਾਂ ਲਿਆ ਜਾਣਾ ਜ਼ਰੂਰੀ ਹੁੰਦਾ ਹੈ। prevent contamination of the specimen with the externally present organism or normal flora of the body। ਓਕੇ, ਕਿ ਜਿਹੜਾ ਤੁਹਾਡਾ ਸਪੈਸੀਮਨ ਜੋ ਸੈਂਪਲ ਤੁਸੀਂ ਪੇਸ਼ੈਂਟ ਦਾ ਲਿਆ ਹੈ ਉਸ ਨੂੰ ਬਾਹਰੋਂ ਕਿਸੇ ਮਾਈਕਰੋ ਆਰਗੇਨਿਜ਼ਮ ਜਾਨੀ ਕਿ ਸੂਖਮ ਜੀਵ ਦੁਆਰਾ ਇਨਫੈਕਟਡ ਨਾ ਹੋਣ ਦਿਓ। ਨੈਕਸਟ ਪੁਆਇੰਟ ਆਪਣਾ ਆਉਂਦਾ ਹੈ ਕਲੈਕਟ ਦਾ ਸਪੈਸੀਮਨ ਐਟ ਐਪਰੋਪਰੀਏਟ ਫੇਜ਼ ਆਫ ਡਿਜ਼ੀਜ਼। ਮਤਲਬ ਬਿਮਾਰੀ ਦੇ ਡਿਫਰੈਂਟ ਪੜਾਅ ਹੁੰਦੇ ਹਨ। ਜਦੋਂ ਬਿਮਾਰੀ ਔਨਸੈਟ ਮਤਲਬ ਸ਼ੁਰੂਆਤ ਹੁੰਦੀ ਹੈ, ਫਿਰ ਮਿਡ ਦੇ ਵਿੱਚ ਹੁੰਦੀ ਹੈ, ਫਿਰ ਬਹੁਤ ਗੰਭੀਰ ਅਵਸਥਾ ਵਿੱਚ ਹੁੰਦੀ ਹੈ, ਤਾਂ ਜਿਹੜਾ ਸਪੈਸੀਮਨ ਲੈਣਾ ਹੁੰਦਾ ਹੈ ਉਹ ਵੀ ਅਕੋਰਡਿੰਗ ਟੂ ਦਾ ਡਿਜ਼ੀਜ਼ ਫੇਜ਼ ਹੀ ਲੈਣਾ ਹੁੰਦਾ ਹੈ। ਠੀਕ ਹੈ, ਇਹ ਨਾ ਹੋਵੇ ਕਿ ਸੈਂਪਲ ਆਪਾਂ ਬਹੁਤ ਪਹਿਲਾਂ ਲੈ ਲਿਆ, ਹਜੇ ਉਹ ਸਪੈਸੀਮਨ ਜਿਹੜਾ ਜਿਹਦੇ ਆਪਾਂ ਚੈੱਕ ਕਰਨਾ ਗਾ। ਕਈ ਵਾਰ ਕੀ ਹੁੰਦਾ ਨਾ ਕਿ ਕੋਈ ਸੂਖਮ ਜੀਵ ਬਲੱਡ ਦੇ ਵਿੱਚ ਆਇਆ ਨਹੀਂ ਹੁੰਦਾ ਕਿਉਂਕਿ ਹਰ ਮਾਈਕਰੋ ਆਰਗੇਨਿਜ਼ਮ ਦਾ ਇੱਕ ਆਪਣਾ ਇਨਕੂਬੇਸ਼ਨ ਪੀਰੀਅਡ ਹੁੰਦਾ ਹੈ। ਠੀਕ ਹੈ, ਤਾਂ ਉਸ ਪੀਰੀਅਡ ਤੋਂ ਪਹਿਲਾਂ ਉਹ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਸ਼ੋਅ ਨਹੀਂ ਹੁੰਦਾ। ਸੋ ਇਹ ਬਹੁਤ ਧਿਆਨ 'ਚ ਰੱਖਣਾ ਹੈ ਕਿ ਤੁਸੀਂ ਬਿਮਾਰੀ ਦੇ ਕਿਸ ਪੜਾਅ ਦੇ ਦੌਰਾਨ ਸੈਂਪਲ ਲਿਆ ਹੈ। ਨੈਕਸਟ ਜੋ ਨਿਯਮ ਹੈ ਉਹ ਹੈ ਕਿ ਕਲੈਕਟ ਦਾ ਸਪੈਸੀਮਨ ਫਰੋਮ ਦਾ ਐਕਚੁਅਲ ਇਨਫੈਕਸ਼ਨ ਸਾਈਟ। ਮਤਲਬ ਜਿੱਥੇ ਅਸਲ ਦੇ ਵਿੱਚ ਕੋਈ ਸੰਕਰਮਣ ਹੋਇਆ ਹੈ, ਕੋਈ ਇਨਫੈਕਸ਼ਨ ਹੋਈ ਹੈ, ਉੱਥੋਂ ਹੀ ਸੈਂਪਲ ਲੈਣਾ ਜ਼ਰੂਰੀ ਹੁੰਦਾ ਹੈ। ਅਗਲਾ ਹੈ ਕਲੈਕਟ ਦਾ ਐਡੀਕੁਏਟ ਕੁਆਂਟਿਟੀ ਫॉर ਦਾ ਡਿਜ਼ਾਇਰਡ ਟੈਸਟ। ਜੋ ਵੀ ਟੈਸਟ ਤੁਸੀਂ ਕਰਨਾ ਹੈ ਉਸ ਦੇ ਅਕੋਰਡਿੰਗਲੀ ਜੋ ਕੁਆਂਟਿਟੀ, ਜੋ ਅਮਾਊਂਟ, ਜੋ ਮਾਤਰਾ ਚਾਹੀਦੀ ਹੈ ਸੈਂਪਲ ਦੀ, ਉਨੀ ਮਾਤਰਾ ਲੈਣੀ ਬੇਹੱਦ ਜ਼ਰੂਰੀ ਹੈ। ਨੈਕਸਟ ਰੂਲ ਆਉਂਦਾ ਹੈ ਕਲੈਕਟ ਦਾ ਸਪੈਸੀਮਨ ਏਸੈਪਟਿਕਲੀ ਇਨ ਸਟੀਰਾਈਲ ਐਂਡ ਐਪਰੋਪਰੀਏਟ ਕੰਟੇਨਰ। ਮਤਲਬ ਜਿਸ ਕੰਟੇਨਰ ਦੇ ਵਿੱਚ ਸੈਂਪਲ ਨੂੰ ਲਿਆ ਜਾ ਰਿਹਾ ਹੈ ਉਹ ਸੈਂਪਲ ਵੀ ਕਿਸੇ ਵੀ ਇਨਫੈਕਸ਼ਨ ਤੋਂ ਮੁਕਤ ਹੋਣਾ ਚਾਹੀਦਾ ਹੈ, ਫ੍ਰੀ ਹੋਣਾ ਚਾਹੀਦਾ ਹੈ, ਤਾਂ ਉਸ ਨੂੰ ਕਹਾਂਗੇ ਏਸੈਪਟਿਕ ਕੰਟੇਨਰ। ਨੈਕਸਟ ਆਉਂਦਾ ਆਪਣਾ ਪੁਆਇੰਟ ਨੰਬਰ 9 ਕਲੋਜ਼ ਦਾ ਕੰਟੇਨਰ ਟਾਈਟਲੀ ਸੋ ਦੈਟ ਇਟ ਕੰਟੇਨ ਡੂ ਨਾਟ ਇਟਸ ਕੰਟੈਂਟ ਡੂ ਨਾਟ ਲੀਕ ਡੂਰਿੰਗ ਟਰਾਂਸਪੋਰਟੇਸ਼ਨ। ਮਤਲਬ ਜਿਸ ਸੈਂਪਲ ਕੰਟੇਨਰ ਦੇ ਵਿੱਚ ਸੈਂਪਲ ਨੂੰ ਲਿਆ ਉਸ ਨੂੰ ਜਲਦੀ ਤੋਂ ਜਲਦੀ ਕਲੋਜ਼ ਕਰ ਦੇਵੋ। ਠੀਕ ਹੈ, ਟਾਈਟਲੀ ਕਲੋਜ਼ ਕਰ ਦੇਵੋ ਤਾਂ ਕਿ ਉਸ ਦੇ ਅੰਦਰ ਨਾ ਤਾਂ ਕੋਈ ਕੰਟੈਮੀਨੈਂਟ ਜਾਵੇ ਅਤੇ ਨਾ ਹੀ
ट्रांसपोर्टेशन के दौरान वो सैंपल तुहाडा लीक होवे। अगला पॉइंट है इंश्योर दैट द आउटसाइड ऑफ द स्पैसीमन कंटेनर इज़ क्लीन, मतलब जो स्पैसीमन कंटेनर है जिस दे विच सैंपल लिया गया है उसका बाहरला पासा बिल्कुल साफ सुथरा होना चाहिए है तो अनकंटैमीनेटेड, मतलब दूषित नहीं होना चाहिए। लेबल द कंटेनर एप्रोप्रीएटली, कंटेनर उपर प्रॉपर लेबल होना चाहिए जिहदे उपर पेशेंट की अते सैंपल की पूरी इन्फॉर्मेशन होनी चाहिए है। एंड उस तो बाद है कि इमीडिएटली ट्रांसपोर्ट द स्पैसीमन टू लैबोरेटरी, मतलब स्पैसीमन जितों भी पेशेंट तो लिया है उसनूं नाल दी नाल ही लैबोरेटरी 'च भेजा जाए, ज़्यादा देर ना की जाए क्योंकि ज़्यादा डिले करन दे नाल सैंपल दे विच समस्या आ सकती है और टैस्ट की रिपोर्ट गलत हो सकती है। नैक्सट अपना आता है यूरिन स्पैसीमन। मिड स्ट्रीम यूरिन सैंपल इज़ कलैक्टड आफ्टर गिविंग प्रॉपर इंस्ट्रक्शन टू द पेशेंट। ये की हुंदा है कि पेशेंट नूं दसना हुंदा कि जदों ही वो यूरिन करना स्टार्ट करता है तो पहला कुछ अमाउंट यूरिन की डिस्कार्ड करनी चाहिए है, ठीक है, तो एंड वाला यूरिन भी नहीं लेना चाहिए। तो मिडल दे विच जो यूरिन का पार्ट आता है वो यूरिन सैंपल कलैक्ट किया जाना चाहिए है, तो उसकी जो रिपोर्ट है वो एप्रोप्रीएट रिपोर्ट आती है। ओके, क्लीन द जेनिटेलिया प्रॉपरली इन केस ऑफ मेल, रीट्रैक्ट द परप्यूस, जो स्किन होंगी है पैनिस के उपर, ठीक है, तो उसनों रीट्रैक्ट मतलब पिछे वाल करना होंदा है और उस पार्ट नूं जिहड़ा मेल का सैक्स पार्ट होंदा है मतलब पैनिस होंदा है उसनों नॉर्मल सलाइन दे नाल जां फिर पानी दे नाल साफ करन उपरंत ही सैंपल लेना होंदा है। इन केस ऑफ फीमेल वॉश पेरिनियम एंड पैरी यूरिथ्रल, मतलब एनस के आसे पासे वाला एरिया, एनस नूं गुदा कहते हैं, पैरी यूरिथ्रा मतलब यूरिथ्रा के आसे पासे जिथों यूरिन आउंदा है उसके आसे पासे वाले एरिए नूं साबन अते पानी के घोल नाल साफ करन उपरंत सैंपल लेना चाहिए है। सैपरेट अपार्ट लेबिया विद फिंगर्स ऑफ वन हैंड, एक हत्थ दियां उंगलां नूं यूज़ करते हुए लेबिया जो वेजाइना की लिप लाइक स्ट्रक्चर होंदी है उसनों साइड ते करते हुए यूरिन का सैंपल लेना चाहिए है, क्योंकि कई बार उस स्किन के नाल लगे हुए जर्म्स भी यूरिन विच आके रिपोर्ट गलत दे सकते हैं। नैक्सट है कलैक्ट आ क्लीन कैच मिड स्ट्रीम यूरिन। ये मैं पहले दस चुकिया हाँ कि इनिशियल जो यूरिन करना स्टार्ट करता है कोई भी व्यक्ति तो पहला यूरिन नहीं लेना, ठीक है, एंड वाला भी नहीं लेना, विचकारों जो यूरिन आता है, ठीक है, तो उस पार्ट नूं यूरिन के उस पार्ट नूं स्टराइल कंटेनर, स्टराइल तो भाव होंदा है कंटेनर जो पहला बिल्कुल साफ सुथरा होवे जिस विच कोई दूषित कोई कंटैमीनेंट ना होवे उस दे विच इकट्ठा करना होंदा है। नेक्स्ट अपना है ट्रांसपोर्ट इमीडिएटली टू द लैबोरेटरी इफ डिले ऑफ मोर दैन 1 to 2 आवर्स इज़ अनअवॉइडेबल, रेफ्रिजरेट एट 4 डिग्री सैल्सीयस, मतलब जे तुसी 1 ਤੋਂ 2 घंटे के विचकार ही सैंपल नूं लैबोरेटरी विच भेजण तो असमर्थ हो तो उन्नी देर सैंपल नूं 4 डिग्री के उपर स्टोर करना चाहिए है। 4 डिग्री मतलब लो तापमान के उपर ही यह जिहड़ा सैंपल है वो सही रहेगा। फिर है इन कैथराइज्ड पेशेंट, जिन्ना पेशेंट के पेशाब वाली नाली लगी होंगी है उन्होंने कैथराइज्ड पेशेंट कहा जाता है। डोंट कलैक्ट यूरिन फ्रॉम द कलैक्शन बैग, जिहड़ा उनका सैंपल का जिन्हें ते कैथेटर लग्या होंदा है उन्होंने एक थैली लगी होंगी जिस पेशाब इकट्ठा होंदा है उस विचों सैंपल नहीं लेना चाहिए। सो इत्थे की करना चाहिए क्लीन द एरिया ओवर द कलैक्टिंग ट्यूब्स, ट्यूब के उपर एरिया साफ करके ट्यूब नूं पंक्चर करते हुए विद हैल्प ऑफ स्टेराइन नीडल, ठीक है, और सरिंज उहदे नाल सैंपल ट्यूब चो लेना चाहिए है ना कि थैली दे विचों। सो नैक्सट है सुपरा पबिक एसपायरेशन अंडर एसेप्टिक कंडीशन मे बी डन इन द इन्फेंट्स, बच्चों के विच सुपरा पबिक एसपायरेशन, एसपायरेशन होंदा है सरिंज दे नाल किसी को खिंचना, ठीक है, फ्लूइड को खिंचना अंदर सक्शन करना उसको एसपायरेशन बोलिया जाता है, तो उस तरीके नाल बच्चों का जिहड़ा सैंपल है वो यूरिन का लिया जाता है। सो ये सीगा सारी डिटेल यूरिन सैंपल कलैक्शन और उसके ट्रांसपोर्ट के बारे। सो मैडिकल और पैरामैडिकल के किसी भी विषय को प्योर मत भाषा पंजाबी दे विच समझण दे लई चैनल दे नाल हमेशा लिए जुड़ जावो तो बाकियों को भी जोड़ते रहो, और किसी भी मैडिकल पैरामैडिकल टॉपिक के नोट्स परचेज करने के लिए 98 763 71 788 संपर्क करो। थैंक यू, थैंक्स फॉर वॉचिंग।